Hello plus 2 class. Today I am going to start a new chapter, that is human capital formation in India. First, we are having concept of human resource, human capital formation and human development. We will discuss this one by one. First is a human resource. What is human resource? Human means person who is working. ਸਾਡੇ ਕੋਲ ਉਹਦੇ ਰਿਸੋਰਸਿਸ ਦੇ ਵਿੱਚ ਅਸੀਂ ਜਦੋਂ ਗੱਲ ਕਰਦੇ when ਅਸੀਂ ਉਹਦੇ ਐਕਸਪੀਰੀਅੰਸ ਉਹਦੇ ਸਕਿੱਲਸ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਅਸੀਂ ਹਿਊਮਨ ਰਿਸੋਰਸ ਕਹਿ ਦਿੰਦੇ ਹਾਂ। ਇਫ ਅ ਪਰਸਨ ਇਜ਼ ਰਿਸੋਰਸਫੁਲ ਤਾਂ ਉਹ ਆਪਣੀ ਕੰਟਰੀ ਦੇ ਵਿੱਚ ਆਪਣੀ ਇਕੋਨਮੀ ਦੇ ਵਿੱਚ ਕੋਈ ਵੈਲਿਊ ਐਡੀਸ਼ਨ ਕਰੇਗਾ ਇਨ ਦੀ ਫਾਰਮ ਆਫ ਦੀ ਪ੍ਰੋਡਕਸ਼ਨ, ਤਾਂ ਉਹਦੀ ਕੰਟਰੀਬਿਊਸ਼ਨ ਜਿਹੜੀ ਹੋਏਗੀ ਦੈਟ ਇਜ਼ ਬਿਕੋਜ਼ ਆਫ ਦਾ ਰਿਸੋਰਸਫੁਲ ਪਰਸਨ ਐਂਡ ਉਹਦੇ ਸਕਿੱਲਸ ਦੇ ਕਰਕੇ ਉਹਦੇ ਐਕਸਪੀਰੀਅੰਸ ਦੇ ਕਰਕੇ। ਹਿਅਰ ਵੀ ਆਰ ਹੈਵਿੰਗ ਵਨ ਐਗਜ਼ਾਮਪਲ। ਫਾਰਮਰ ਜਦੋਂ ਐਗਰੀਕਲਚਰ ਕਰ ਰਿਹਾ ਹੈਗਾ ਜਾਂ ਕੋਈ ਕ੍ਰੌਪ ਹਾਰਵੈਸਟ ਕਰ ਰਿਹਾ, ਗਰੋ ਕਰ ਰਿਹਾ ਹੈਗਾ, ਤਾਂ ਉਹਦੇ ਨਾਲ ਉਹਦੀ ਜਿਹੜੀ ਕੈਪੇਬਿਲਿਟੀ ਹੈ ਉਹ ਸ਼ੋ ਹੁੰਦੀ ਹੈਗੀ ਕਿ ਉਹਦੀ ਅਬਿਲਿਟੀ ਕਿੰਨੀ ਆ, ਉਹ ਕਿੰਨੀ ਆਪਣੀ ਕੰਟਰੀ ਨੂੰ ਕੰਟਰੀਬਿਊਸ਼ਨ ਦੇ ਰਿਹਾ ਇਨ ਦੀ ਫਾਰਮ ਆਫ ਦੀ ਪ੍ਰੋਡਕਸ਼ਨ। This is because of the experience, because of the skill, because of the knowledge. Next is a human capital formation. Before human capital formation, firstly we will discuss human capital. ਜਿਵੇਂ ਰਿਸੋਰਸ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਸਾਡੇ ਕੋਲੇ ਹਿਊਮਨ ਕੈਪੀਟਲ ਆਉਂਦਾ। ਹਿਊਮਨ ਕੈਪੀਟਲ ਦੇ ਵਿੱਚ ਵੀ ਅਸੀਂ ਸਕਿੱਲ ਅਤੇ ਇਹਦੇ ਐਕਸਪੀਰੀਅੰਸ ਦੀ ਗੱਲ ਕਰਦੇ ਹਾਂ। ਇੱਕ ਪੁਆਇੰਟ ਆਫ ਟਾਈਮ ਦੇ ਉੱਤੇ ਕਿੰਨੇ ਪਰਸਨਸ ਆ ਜਿਹੜੇ ਰਿਸੋਰਸਫੁਲ ਹੈ, ਤਾਂ ਰਿਸੋਰਸਫੁਲ ਪਰਸਨਸ ਨੂੰ ਅਸੀਂ ਹਿਊਮਨ ਕੈਪੀਟਲ ਬੋਲਦੇ ਹਾਂ। ਲਾਈਕ ਵੀ ਆਰ ਹੈਵਿੰਗ ਫਿਜ਼ੀਕਲ ਕੈਪੀਟਲ, ਵੀ ਆਰ ਹੈਵਿੰਗ ਫਾਈਨੈਂਸ਼ੀਅਲ ਕੈਪੀਟਲ। ਫਿਜ਼ੀਕਲ ਕੈਪੀਟਲ ਦੇ ਵਿੱਚ ਸਾਡੇ ਕੋਲ ਅਸੀਂ ਐਸੈਟਸ ਨੂੰ ਲੈ ਕੇ ਚੱਲਦੇ ਹਾਂ। ਜਿਵੇਂ ਤੁਹਾਡੇ ਕੋਲ ਬੈਲੈਂਸ ਸ਼ੀਟ ਦੇ ਵਿੱਚ ਹੁੰਦਾ, ਤੁਹਾਡੇ ਕੋਲ ਇਨਵੈਸਟਮੈਂਟ ਆਉਂਦੀ ਹੈ, ਫਰਨੀਚਰ, ਫਿਟਿੰਗਸ, ਵਟ ਐਵਰ ਯੂ ਆਰ ਹੈਵਿੰਗ ਔਨ ਦਾ ਐਸੈਟ ਸਾਈਡ, ਤੁਹਾਡੀਆਂ ਉਹ ਫਾਈਨੈਂਸ਼ੀਅਲ ਐਸੈਟਸ ਹੁੰਦੀਆਂ, ਤੁਹਾਡੀਆਂ ਫਿਜ਼ੀਕਲ ਐਸੈਟਸ ਹੁੰਦੀਆਂ। ਤੁਸੀਂ ਉਹਨੂੰ ਦੇਖ ਸਕਦੇ ਹੋ, ਟੱਚ ਕਰ ਸਕਦੇ ਹੋ, ਟੈਂਜੀਬਲ ਫਾਰਮ ਦੇ ਵਿੱਚ ਆਉਂਦੀਆਂ। ਇਨਟੈਂਜੀਬਲ ਫਾਰਮ ਦੇ ਵਿੱਚ ਸਾਡੇ ਕੋਲ ਗੁੱਡਵਿਲ ਹੁੰਦੀ ਹੈ, ਪੇਟੈਂਟ ਰਾਈਟ ਹੁੰਦਾ। ਐਂਡ ਉਸ ਤੋਂ ਬਾਅਦ ਫਾਈਨੈਂਸ਼ੀਅਲ ਐਸੈਟਸ ਜਦੋਂ ਅਸੀਂ ਸ਼ੇਅਰਸ, ਡਿਵੈਂਚਰਸ, ਬੌਂਡਸ ਸਾਡੇ ਕੋਲ ਆ ਜਾਂਦੇ, ਦੀਜ਼ ਆਰ ਇਨ ਦੀ ਫਾਰਮ ਆਫ ਫਾਈਨੈਂਸ਼ੀਅਲ ਐਸੈਟਸ। ਨਾਓ ਫਾਈਨੈਂਸ਼ੀਅਲ ਕੈਪੀਟਲ। ਹੁਣ ਸਾਡੇ ਕੋਲ ਕੀ ਆਉਂਦਾ ਹੈ ਕਿ ਅਸੀਂ ਹਿਊਮਨ ਕੈਪੀਟਲ ਇੱਕ ਪੁਆਇੰਟ ਆਫ ਟਾਈਮ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਕਿੰਨੇ ਪਰਸਨਸ ਆ ਜਿਹੜੇ ਰਿਸੋਰਸਫੁਲ ਪਰਸਨ ਹੈ। ਅਗਰ ਅਸੀਂ ਉਹਨਾਂ ਦੇ ਟੋਟਲ ਉਹ ਕਰਦੇ ਹਾਂ, ਲਾਈਕ ਸਾਡੇ ਕੋਲ ਇੰਜੀਨੀਅਰਸ ਆ ਜਾਂਦੇ ਆ, ਡਾਕਟਰ, ਪ੍ਰੋਫੈਸਰਸ, ਤਾਂ ਉਹ ਕਿਸੇ ਨਾ ਕਿਸੇ ਕੰਮ ਦੇ ਵਿੱਚ ਇੰਗੇਜ ਹੈ, ਉਹ ਕੋਈ ਨਾ ਕੋਈ ਵੈਲਿਊ ਐਡੀਸ਼ਨ ਕਰ ਰਹੇ ਆਪਣੀ ਇਕੋਨਮੀ ਦੇ ਲਈ। ਨੈਕਸਟ ਇਜ਼ ਅ ਹਿਊਮਨ ਕੈਪੀਟਲ ਫਾਰਮੇਸ਼ਨ। ਅਗਰ ਅਸੀਂ ਦੇਖੀਏ ਤਾਂ ਸਾਡੇ ਕੋਲ ਫਾਰਮੇਸ਼ਨ, ਜਿਵੇਂ ਅਸੀਂ ਇਨਵੈਸਟਮੈਂਟ ਕਰਦੇ ਹਾਂ, ਸਟਾਰਟਿੰਗ ਦੇ ਵਿੱਚ 10 ਲੱਖ ਦੀ ਇਨਵੈਸਟਮੈਂਟ ਸੀ, ਨਾਓ ਵੀ ਆਰ ਹੈਵਿੰਗ ਐਟ ਦਾ ਐਂਡ ਆਫ ਦਾ ਈਅਰ 15, ਤਾਂ ਵੈਲਿਊ ਐਡੀਸ਼ਨ ਕਿੰਨੀ ਹੋਈ ਸਾਡੇ ਕੋਲ 5 ਲੱਖ ਦੀ ਇਨ ਬਿਟਵੀਨ ਦਾ ਈਅਰ। ਸਿਮਿਲਰਲੀ ਸਾਡੇ ਕੋਲ ਕੈਪੀਟਲ ਫਾਰਮੇਸ਼ਨ ਦੇ ਵਿੱਚ ਵੀ ਇੱਦਾਂ ਹੁੰਦਾ ਹੈ ਕਿ ਹਿਊਮਨ ਕੈਪੀਟਲ ਫਾਰਮੇਸ਼ਨ ਨੇ ਕਿੰਨੇ ਲੋਕ ਉਸ ਸਾਲ ਦੇ ਵਿੱਚ ਹੋਰ ਐਡ ਹੋਏ ਆ ਟੂ ਦਾ ਹਿਊਮਨ ਕੈਪੀਟਲ। ਲਾਈਕ ਸਟਾਰਟਿੰਗ ਦੇ ਵਿੱਚ ਸਾਡੇ ਕੋਲ 10,000 ਪਰਸਨ ਸਕਿਲਡ ਵਰਕਰ ਸੀਗੇ ਐਟ ਦਾ ਬਿਗਨਿੰਗ ਆਫ ਦਾ 2020। ਅਗਰ 2021 ਦੇ ਬਿਗਨਿੰਗ 'ਤੇ ਮੀਨਸ ਐਟ ਦਾ ਐਂਡ ਆਫ ਦਾ ਈਅਰ 2020 ਸਾਡੇ ਕੋਲ 12,000 ਵਰਕਰਸ ਆਉਂਦੇ ਆ, ਤਾਂ ਵੈਲਿਊ ਐਡੀਸ਼ਨ ਕਿੰਨੀ ਹੋਈ 2000 ਦੀ। ਤਾਂ 2000 ਸਾਡੇ ਕੋਲ ਕੀ ਆਇਆ ਹਿਊਮਨ ਕੈਪੀਟਲ ਫਾਰਮੇਸ਼ਨ। ਨੈਕਸਟ ਵੀ ਆਰ ਹੈਵਿੰਗ ਹਿਊਮਨ ਡਿਵੈਲਪਮੈਂਟ। ਹਿਊਮਨ ਕੈਪੀਟਲ ਅਤੇ ਹਿਊਮਨ ਡਿਵੈਲਪਮੈਂਟ ਅਗਰ ਅਸੀਂ ਦੇਖੀਏ ਤਾਂ ਦੋਨੋਂ ਵਰਡਸ ਸਿਮਿਲਰ ਲੱਗਦੇ ਆ ਕਿ ਸਾਡੇ ਕੋਲ ਹਿਊਮਨ ਕੈਪੀਟਲ ਜਦੋਂ ਅਸੀਂ ਕੈਪੀਟਲ ਫਾਰਮ ਕਰਦੇ ਹਾਂ ਇਨ ਦੀ ਫਾਰਮ ਆਫ ਸਕਿੱਲਸ ਐਂਡ ਐਕਸਪੀਰੀਅੰਸਿਸ, ਐਂਡ ਡਿਵੈਲਪਮੈਂਟ ਅਸੀਂ ਇਸੇ ਫਾਰਮ ਦੇ ਵਿੱਚ ਹੀ ਡਿਵੈਲਪਮੈਂਟ ਕਰਦੇ ਹਾਂ, ਬਟ ਸਾਡੇ ਕੋਲ ਦੋਨਾਂ ਦੇ ਵਿੱਚ ਡਿਫਰੈਂਸ ਆਉਂਦਾ ਹੈ। ਹਿਊਮਨ ਕੈਪੀਟਲ ਮੀਨਸ ਟੂ ਐਨ ਐਂਡ, ਮੀਨਸ ਤੁਹਾਡੇ ਕੋਲ ਇੱਕ ਪੁਆਇੰਟ ਆਫ ਟਾਈਮ ਦੇ ਉੱਤੇ ਕਿੰਨਾ ਤੁਹਾਡੇ ਕੋਲ ਹਿਊਮਨ ਕੈਪੀਟਲ ਆ ਰਹੀ ਹੈ। ਐਂਡ ਡਿਵੈਲਪਮੈਂਟ ਦਿਸ ਇਜ਼ ਅ ਫਲੋ, ਅਸੀਂ ਕਹਿ ਸਕਦੇ ਹਾਂ ਕਿ ਸਾਡੇ ਕੋਲ ਇੱਕ ਪ੍ਰੋਸੈਸ ਹੁੰਦੀ ਹੈ ਜਿਹੜੀ ਥਰੂ ਆਊਟ ਦਾ ਟਾਈਮ ਚੱਲਦੀ ਰਹਿੰਦੀ ਹੈ। ਸੋ ਸਾਡੇ ਕੋਲ ਦਿਸ ਇਜ਼ ਦਾ ਐਂਡ ਰਿਜ਼ਲਟ। ਡਿਵੈਲਪਮੈਂਟ ਅਸੀਂ ਕਿੰਨਾ ਗੇਨ ਕੀਤਾ ਹੈ, ਸਾਡੇ 'ਚ ਕਿੰਨੀ ਡਿਵੈਲਪਮੈਂਟ ਹੋਈ ਹੈ। ਨਾਓ ਵੀ ਆਰ ਹੈਵਿੰਗ ਡਿਫਰੈਂਸ ਬਿਟਵੀਨ ਦਾ ਫਿਜ਼ੀਕਲ ਕੈਪੀਟਲ ਐਂਡ ਹਿਊਮਨ ਕੈਪੀਟਲ। ਫਸਟ ਮੈਂ ਬੇਸਿਸ ਦੇ ਅਕੋਰਡਿੰਗਲੀ ਡਿਸਕਸ ਕਰਾਂਗੀ। ਫਸਟ ਮੀਨਿੰਗ ਦੇ ਹੈਵ ਗਿਵਨ। ਫਿਜ਼ੀਕਲ ਕੈਪੀਟਲ ਅਸੀਂ ਕਿੰਨੀ ਪ੍ਰੋਡਕਸ਼ਨ ਕਰਦੇ ਹਾਂ ਕਿ ਆਪਣੇ ਕੋਲ ਮੀਨਸ ਆਫ ਪ੍ਰੋਡਕਸ਼ਨ ਜਿੰਨੇ ਵੀ ਸਾਡੇ ਕੋਲ ਹੁੰਦੇ ਉਹਨਾਂ ਦੇ ਨਾਲ ਅਸੀਂ ਕਿੰਨਾ ਪ੍ਰੋਡਿਊਸ ਕਰ ਲਿਆ। ਦੈਨ ਹਿਊਮਨ ਕੈਪੀਟਲ ਸਾਡੇ ਕੋਲ ਕਿੰਨਾ ਸਕਿੱਲ ਅਤੇ ਐਕਸਪੀਰੀਅੰਸ ਕਿਸੇ ਪਰਸਨ ਨੇ ਐਕਵਾਇਰ ਕੀਤਾ ਹੈ ਪੂਰੇ ਆਪਣੀ ਲਾਈਫ ਦੇ ਵਿੱਚ।
ਪ੍ਰੋਸੈਸ ਆਫ ਫਾਰਮੇਸ਼ਨ, ਇਹਦੇ ਵਿੱਚ ਸਾਡੇ ਕੋਲ ਜਿਹੜਾ ਡਿਸੀਜ਼ਨ ਹੈ ਉਹ ਇਨਵੈਸਟਮੈਂਟ ਫਿਜ਼ੀਕਲ ਕੈਪੀਟਲ ਜਿਹੜੀ ਸਾਡੇ ਕੋਲ ਹੁੰਦੀ ਹੈ, ਜਿਹਨੂੰ ਅਸੀਂ ਟੈਂਜੀਬਲ ਫਾਰਮ ਦੇ ਵਿੱਚ ਉਹ ਕਰਦੇ ਹਾਂਗੇ, ਤਾਂ ਸਾਡੀ ਟੈਕਨੀਕਲ ਪ੍ਰੋਸੈਸ ਦੇ ਬੇਸਿਸ ਦੇ ਉੱਤੇ ਹੁੰਦੀ ਹੈ। ਜਦ ਕਿ ਹਿਊਮਨ ਕੈਪੀਟਲ ਦੇ ਵਿੱਚ ਅਸੀਂ ਉਹਨੂੰ ਕੈਲਕੂਲੇਟ ਨਹੀਂ ਕਰ ਸਕਦੇ ਰਿਟਰਨਸ ਨੂੰ, ਬਿਕੋਜ਼ ਇਹਦੇ ਵਿੱਚ ਸਾਡੇ ਕੋਲ ਬਟ ਇਹਦੇ ਵਿੱਚ ਅਸੀਂ ਇਹ ਦੇਖਦੇ ਹਾਂਗੇ ਕਿ ਅਸੀਂ ਸਾਡੇ ਕੰਮ ਦੇ ਕਰਕੇ ਸਾਡੇ ਪੀਅਰ ਦੇ ਉੱਤੇ ਸਾਡੇ ਐਜੂਕੇਟਰਸ ਦਾ ਸਾਡਾ ਜਾਂ ਫਿਰ ਸਾਡੀ ਸੁਸਾਇਟੀ ਦਾ ਸਾਡੇ ਉੱਤੇ ਕੀ ਇਫੈਕਟ ਆਉਂਦਾ, ਮੀਨਸ ਅਸੀਂ ਆਪਣੀ ਸੁਸਾਇਟੀ ਨੂੰ ਕੀ ਕੰਟਰੀਬਿਊਸ਼ਨ ਦੇ ਰਹੇ ਹਾਂ ਡਿਊ ਟੂ ਦ ਸੁਸਾਇਟੀ। ਹਮੇਸ਼ਾ ਅਸੀਂ ਕਹਿੰਦੇ ਸੁਸਾਇਟੀ ਸਾਡੇ ਮੈਟਰ ਕਰਦੀ ਹੈ ਕਿ ਅਸੀਂ ਕਿੱਦਾਂ ਦੇ ਹੋਵਾਂਗੇ, ਤਾਂ ਉਹ ਚੀਜ਼ ਦਾ ਇਫੈਕਟ ਸਾਡੇ ਉੱਤੇ ਹੋਏਗਾ। ਟੈਂਜੀਬਿਲਿਟੀ, ਐਸੈਟਸ, ਫਿਜ਼ੀਕਲ ਐਸੈਟਸ ਟੈਂਜੀਬਲ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ, ਮਾਰਕੀਟ ਦੇ ਵਿੱਚ ਸੇਲ ਹੁੰਦੀਆਂ। ਹਿਊਮਨ ਕੈਪੀਟਲ ਇੰਟੈਂਜੀਬਲ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇਗੇ, ਉਹਨਾਂ ਨੂੰ ਅਸੀਂ ਸਿਰਫ ਆਪਣੀਆਂ ਸਰਵਿਸਿਜ਼ ਨੂੰ ਸੇਲ ਕਰਦੇ ਹਾਂ। ਲਾਈਕ ਮੈਂ ਟੀਚਰ ਹਾਂ, ਆਈ ਕਾਂਟ ਸੇਲ ਕਿ ਮੈਂ ਆਪਣੀ ਜਿਹੜੀ ਐਕਸਪੀਰੀਅੰਸ ਹੈ ਉਹਨੂੰ ਸੇਲ ਨਹੀਂ ਕਰ ਸਕਦੀ, ਉਹ ਜਿੰਨੀ ਦੇਰ ਤੱਕ ਮੇਰੇ ਨਾਲ ਰਹੇਗਾ। ਮੈਂ ਜਸਟ ਆਪਣੀ ਨੌਲੇਜ ਸ਼ੇਅਰ ਕਰ ਸਕਦੀ ਹਾਂ, ਮੀਨਸ ਆਈ ਕੈਨ ਪ੍ਰੋਵਾਈਡ ਦ ਸਰਵਿਸਿਜ਼ ਓਨਲੀ। ਸੈਪਰੇਬਿਲਿਟੀ, ਸਾਡੇ ਕੋਲ ਜਿਹੜੀ ਫਿਜ਼ੀਕਲ ਕੈਪੀਟਲ ਹੁੰਦੀ ਹੈਗੀ ਉਹ ਸੈਪਰੇਟ ਹੁੰਦੀ ਹੈ ਓਨਰ ਦੇ ਨਾਲੋਂ। ਸੇਮ ਐਗਜ਼ਾਮਪਲ ਇੱਥੇ ਆਉਂਦੀ ਹੈ, ਇਨਸੈਪਰੇਟ ਹੁੰਦੀ ਹੈਗੀ, ਬਿਕੋਜ਼ ਮੈਂ ਆਪਣੀ ਜਿਹੜੀਆਂ ਸਰਵਿਸਿਜ਼ ਹੈ ਉਹ ਮੇਰੀ ਜਗ੍ਹਾ ਦੇ ਉੱਤੇ ਕੋਈ ਪਰਸਨ ਹੋਰ ਪ੍ਰੋਵਾਈਡ ਨਹੀਂ ਕਰ ਸਕਦਾ, ਉਹ ਆਪਣੀ ਨੌਲੇਜ ਸ਼ੇਅਰ ਕਰੇਗਾ, ਆਪਣੀਆਂ ਸਰਵਿਸਿਜ਼ ਪ੍ਰੋਵਾਈਡ ਕਰੇਗਾ। ਮੋਬਿਲਿਟੀ, ਫਿਜ਼ੀਕਲ ਕੈਪੀਟਲ ਜਿਹੜੀ ਵਿਦਾਊਟ ਐਨੀ ਰਿਸਟ੍ਰਿਕਸ਼ਨਸ, ਸਾਡੇ ਕੋਲ ਥੋੜ੍ਹੇ ਜਿਹੇ ਟ੍ਰੇਡ ਬੈਰੀਅਰਸ ਹੁੰਦੇ, ਅਸੀਂ ਕਿਤੇ ਵੀ ਉਹਨੂੰ ਉਹ ਕਰ ਸਕਦੇ ਹਾਂ, ਮੂਵ ਕਰ ਸਕਦੇ ਹਾਂ। ਬਟ ਹਿਊਮਨ ਕੈਪੀਟਲ ਦੇ ਵਿੱਚ ਸਾਡੇ ਕੋਲ ਨੈਸ਼ਨੈਲਿਟੀ, ਕਲਚਰ, ਇਹ ਵਾਲੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਇਸ ਲਈ ਅਸੀਂ ਇਹਨੂੰ ਪਰਫੈਕਟਲੀ ਮੋਬਾਈਲ ਨਹੀਂ ਕਹਿ ਸਕਦੇ। ਮੀਨਸ ਮੈਂ ਅਗਰ ਕਿਸੇ ਕੰਟਰੀ ਦੇ ਵਿੱਚ ਜਾਊਂਗੀ, ਮੂਵ ਕਰੂੰਗੀ, ਦੈਨ ਓਨਲੀ ਮੇਰੀ ਨੌਲੇਜ ਮੇਰੇ ਨਾਲ ਜਾਏਗੀ, ਅਦਰਵਾਈਜ਼ ਆਈ ਕਾਂਟ ਸ਼ੇਅਰ ਦੈਟ। ਡੈਪਰੀਸੀਏਸ਼ਨ, ਫਿਜ਼ੀਕਲ ਕੈਪੀਟਲ ਦੇ ਵਿੱਚ ਅਸੀਂ ਡੈਪਰੀਸੀਏਸ਼ਨ ਲਗਾਉਂਦੇ ਹਾਂ, ਜਿਵੇਂ ਤੁਹਾਡੇ ਕੋਲ ਮਸ਼ੀਨਰੀ ਆ ਜਾਂਦੀ ਹੈ, ਤੁਸੀਂ ਉਹਦਾ ਡੈਪਰੀਸੀਏਸ਼ਨ ਅਕਾਊਂਟ ਬਣਾਉਂਦੇ ਆ, ਬਿਕੋਜ਼ ਉਹਦੀ ਵੈਲਿਊ ਓਵਰ ਅ ਟਾਈਮ ਡੈਪਰੀਸ਼ੀਏਟ ਹੁੰਦੀ ਹੈ, ਬਿਕੋਜ਼ ਆਫ ਦ ਨਾਰਮਲ ਵੀਅਰ ਐਂਡ ਟੀਅਰਸ, ਐਕਸਪੈਕਟਡ ਆਬਸੀਲੈਂਸ ਐਂਡ ਪਾਸਿਸ ਆਫ ਦ ਟਾਈਮ। ਬਟ ਪਾਸਿਸ ਆਫ ਦ ਟਾਈਮ ਮੈਂ ਆਪਣਾ ਜਿਹੜਾ ਐਕਸਪੀਰੀਅੰਸ ਹੈ ਉਹਨੂੰ ਇਨਕਰੀਜ਼ ਹੀ ਕਰਾਂਗੀ, ਉਹ ਡਿਕਰੀਜ਼ ਨਹੀਂ ਹੋਏਗਾ। ਤਾਂ ਏਜਿੰਗ ਦੇ ਨਾਲ ਸਾਡੀ ਜਿਹੜੀ ਇਨਵੈਸਟਮੈਂਟ ਹੈ ਐਜੂਕੇਸ਼ਨ ਦੇ ਵਿੱਚ, ਟ੍ਰੇਨਿੰਗ ਹੋ ਗਈ, ਹੈਲਥ ਹੋ ਗਈ, ਉਹਦੇ ਨਾਲ ਅਸੀਂ ਇਨੋਵੇਸ਼ਨਸ ਲੈ ਕੇ ਆਉਂਦੇ ਹਾਂ। ਇਨੋਵੇਸ਼ਨਸ ਮੀਨਸ ਅਸੀਂ ਇੱਕ ਇਹ ਨਹੀਂ ਕਹਿੰਦੇ ਕਿ ਕਦੇ ਡੈਪਰੀਸ਼ੀਏਟ ਨਹੀਂ ਹੁੰਦੀ। ਲਾਈਕ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲ ਰਿਟਾਇਰਮੈਂਟ ਏਜ ਆ ਜਾਂਦੀ ਹੈ, ਉਸ ਤੋਂ ਬਾਅਦ ਪਰਸਨ ਰਿਟਾਇਰ ਹੋ ਜਾਂਦਾ, ਬਟ ਉਹਦੀ ਨੌਲੇਜ ਤਾਂ ਰਿਟਾਇਰ ਨਹੀਂ ਨਾ ਹੋਈ ਹੁੰਦੀ। ਹਾਂ, ਉਹਦੀ ਕੁਛ ਕੰਪਲੀਟ ਫਿਜ਼ੀਕਲ ਜਿਹੜੀ ਉਹਦੀ ਫਿਟਨੈਸ ਦੇ ਕਰਕੇ ਉਹਨੂੰ ਰਿਟਾਇਰ ਕਰ ਦਿੱਤਾ ਜਾਂਦਾ, ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਡੈਪਰੀਸ਼ੀਏਟ ਹੋ ਗਿਆ। ਅਗਰ ਉਹਦੀ ਮੈਂਟਲ ਕੰਡੀਸ਼ਨ ਡਿਸਟਰਬ ਹੁੰਦੀ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਡੈਪਰੀਸ਼ੀਏਟ ਹੋਏਗਾ। ਦੈਨ ਬੈਨੀਫਿਟਸ ਕ੍ਰੀਏਟਡ, ਫਿਜ਼ੀਕਲ ਕੈਪੀਟਲ ਦੇ ਵਿੱਚ ਪ੍ਰੋਡਿਊਸਰਸ ਜਿਹੜੇ ਹੁੰਦੇ ਹੈਗੇ, ਪ੍ਰਾਈਵੇਟ ਬੈਨੀਫਿਟਸ ਜਿੰਨੇ ਵੀ ਹੁੰਦੇ ਆ, ਇੱਥੇ ਸਾਡੇ ਕੋਲ ਪ੍ਰਾਈਵੇਟ ਐਜ਼ ਵੈਲ ਐਜ਼ ਸੋਸ਼ਲ ਅਸੀਂ ਦੋਨੋਂ ਬੈਨੀਫਿਟਸ ਐਕਵਾਇਰ ਕਰ ਸਕਦੇ ਹਾਂ ਕਿ ਸਾਡੀ ਸੁਸਾਇਟੀ ਦੇ ਵਿੱਚ ਕਿੱਦਾਂ ਦੀ ਰੈਪੂਟੇਸ਼ਨ ਹੈ ਐਂਡ ਇਕਨੋਮਿਕ ਬੈਨੀਫਿਟਸ ਅਸੀਂ ਉਹਦੇ ਤੋਂ ਕਿੰਨੇ ਅਰਨ ਕਰ ਰਹੇ ਹੈਗੇ। ਸੋਰਸਿਸ ਆਫ ਹਿਊਮਨ ਕੈਪੀਟਲ, ਸਾਡੇ ਕੋਲ ਕਿਹੜੇ ਸੋਰਸਿਸ ਆ ਜਿਹੜੇ ਹਿਊਮਨ ਕੈਪੀਟਲ ਨੂੰ ਫਾਰਮ ਕਰਨ ਦੇ ਲਈ ਆਪਣੀ ਕੰਟਰੀਬਿਊਸ਼ਨਸ ਕਰਦੇ ਆ। ਫਸਟ ਇਜ਼ ਐਕਸਪੈਂਡੀਚਰ ਔਨ ਐਜੂਕੇਸ਼ਨ। ਐਜੂਕੇਸ਼ਨ ਦੇ ਉੱਤੇ ਸਾਡੇ ਸਭ ਤੋਂ ਜ਼ਿਆਦਾ ਉਹ ਹੁੰਦਾ ਕਿ ਅਸੀਂ ਕਿੰਨਾ ਐਜੂਕੇਸ਼ਨ ਦੇ ਉੱਤੇ ਐਕਸਪੈਂਡੀਚਰ ਕਰ ਰਹੇ ਹਾਂ, ਕਿਉਂਕਿ ਇਹ ਸਭ ਤੋਂ ਸਾਡੇ ਕੋਲ ਇੰਪੋਰਟੈਂਟ ਡਿਟਰਮੀਨੈਂਟ ਆਉਂਦਾ ਹੈ। ਜ਼ਿਆਦਾਤਰ ਫੈਮਲੀਜ਼ ਆ ਜਿਹੜੇ ਹਿਊਜ ਐਕਸਪੈਂਡੀਚਰ ਕਰਦੀਆਂ, ਲਾਈਕ ਤੁਹਾਡੀਆਂ ਫੈਮਲੀਜ਼ ਹੈ ਤੁਹਾਡੇ ਉੱਤੇ ਬਹੁਤ ਜ਼ਿਆਦਾ ਐਕਸਪੈਂਡੀਚਰ ਕਰ ਰਹੀਆਂ। ਕਿਉਂ ਐਕਸਪੈਂਡੀਚਰ ਕਰ ਰਹੀਆਂ? ਸਮ ਟਾਈਮ ਕੁਛ ਪਰਸਨ, ਜਿਵੇਂ ਤੁਸੀਂ ਅਬਰੋਡ ਜਾਂਦੇ ਹੋ, ਤੁਹਾਡੇ 'ਤੇ 15-15, 20-20 ਲੱਖ ਰੁਪਇਆ ਲੱਗਦਾ, ਲੋਨਸ ਲੈਂਦੇ ਆ, ਫਿਰ ਤੁਹਾਨੂੰ ਬਾਹਰ ਸੈਂਡ ਕਰਦੇ ਆ। ਕਿਉਂ? ਮਾਈਗ੍ਰੇਸ਼ਨ ਠੀਕ ਹੈ, ਅਸੀਂ ਮੰਨਦੇ ਹਾਂ, ਬਟ ਉਹਨਾਂ ਦਾ ਰੀਜ਼ਨ ਕੀ ਹੁੰਦਾ? ਬਿਕੋਜ਼ ਜਦੋਂ ਅਸੀਂ ਐਜੂਕੇਸ਼ਨ ਦੇ ਉੱਤੇ ਐਕਸਪੈਂਡੀਚਰ ਕੀਤਾ ਤਾਂ ਉਸ ਤੋਂ ਕਿੰਨੇ ਟਾਈਮਸ ਜ਼ਿਆਦਾ ਅਸੀਂ ਉਹਦੇ ਤੋਂ ਰਿਟਰਨ ਲੈਂਦੇ ਹਾਂ। ਲਾਈਕ ਅਸੀਂ ਫਿਜ਼ੀਕਲ ਕੈਪੀਟਲ ਹੁੰਦੀ ਹੈ, ਅਸੀਂ ਟਰੈਕਟਰ ਬਾਏ ਕੀਤਾ ਬਿਕੋਜ਼ ਉਹ ਸਾਨੂੰ ਰਿਟਰਨ ਦੇਗਾ। ਦੈਨ ਸਿਮਿਲਰਲੀ ਸਾਡੇ ਕੋਲ ਅਗਰ ਅਸੀਂ ਹਿਊਮਨ ਕੈਪੀਟਲ ਦੇ ਉੱਤੇ ਵੀ ਐਕਸਪੈਂਡੀਚਰ ਕਰਦੇ ਹਾਂ ਥਰੂ ਐਜੂਕੇਸ਼ਨ ਦੇ ਉੱਤੇ ਜਿਹੜਾ ਐਕਸਪੈਂਡੀਚਰ ਹੁੰਦਾ ਉਹਦੇ ਤੋਂ ਜਿਹੜੀਆਂ ਸਾਨੂੰ ਰਿਟਰਨਸ ਹੁੰਦੀਆਂ, ਜਿਹਨੂੰ ਅਸੀਂ ਮੋਨੀਟਰੀ ਬੈਨੀਫਿਟਸ ਕਹਿ ਦਿੰਦੇ ਹਾਂ, ਦੈਟ ਇਜ਼ ਮੋਰ ਦੈਨ ਦ ਕਾਸਟ ਆਫ ਦ ਐਜੂਕੇਸ਼ਨ।
ਐਂਡ ਦੋਨਾਂ ਦੇ ਵਿੱਚ ਜੋ ਡਿਫਰੈਂਸ ਹੁੰਦਾ ਹੈ ਉਹੀ ਹਿਊਮਨ ਕੈਪੀਟਲ ਫਾਰਮੇਸ਼ਨ ਆਉਂਦੀ ਹੈ। ਡਿਫਰੈਂਸ ਬਿਟਵੀਨ ਦ benefit and cost of an approximate market value of the human capital, that is known as a human capital formation. Next is expenditure on health. ਅਸੀਂ ਸਾਡੇ ਕੋਲ ਓਲਡ ਸੇਇੰਗ ਹੈ, a sound mind in a sound body, ਕਿ ਅਗਰ ਅਸੀਂ ਤੰਦਰੁਸਤ ਹੈ ਤਾਂ ਹੀ ਅਸੀਂ ਕੰਮ ਕਰ ਸਕਦੇ ਹਾਂਗੇ। ਜਾਂ ਫਿਰ ਲਾਈਕ ਤੁਹਾਡੀ ਐਗਜ਼ਾਮਪਲ ਆਉਂਦੀ ਹੈ, ਜਿਵੇਂ ਤੁਸੀਂ ਕਲਾਸ ਦੇ ਵਿੱਚ ਹੁੰਦੇ ਹੋ, ਅਗਰ ਤੁਸੀਂ ਗੁੱਡ ਫੀਲ ਨਹੀਂ ਕਰਦੇ ਤਾਂ ਤੁਸੀਂ ਆਪਣਾ ਹੈਡ ਡਾਊਨ ਕਰਕੇ ਬੈਠ ਜਾਂਦੇ ਹੋ, ਜਾਂ ਤੁਸੀਂ ਸਕੂਲ ਹੀ ਨਹੀਂ ਪਹੁੰਚਦੇ ਕਿ ਮੈਨੂੰ ਫੀਵਰ ਸੀ ਦੈਟਸ ਵਾਈ ਮੈਂ ਸਕੂਲ ਨਹੀਂ ਆਇਆ। ਠੀਕ ਹੈ, ਇਹਦਾ ਰੀਜ਼ਨ ਕੀ ਹੈ? ਇਟ ਮੀਨਸ ਇਫ ਯੂ ਆਰ ਨਾਟ ਫਿਟ, ਯੂ ਆਰ ਨਾਟ ਏਬਲ ਟੂ ਐਕਵਾਇਰ ਐਨੀਥਿੰਗ। ਤਾਂ ਸਾਡੇ ਕੋਲੇ ਹੈਲਥ ਦੇ ਉੱਤੇ ਵੀ ਸਾਡਾ ਐਕਸਪੈਂਡੀਚਰ ਇਸ ਲਈ ਹੁੰਦਾ ਹੈ। GDP ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਕੰਟਰੀਬਿਊਸ਼ਨ ਆਉਂਦੀ ਹੈ ਇਸ ਜਗ੍ਹਾ 'ਤੇ ਆਉਂਦੀ ਹੈ, ਕਿਉਂਕਿ ਸਿੱਖ ਪਰਸਨਸ ਆ ਜਿਹੜੇ ਉਹ ਆਪਣੇ ਇਲਾਜ ਕਰਵਾਉਂਦੇ ਐਂਡ ਇਟ ਕੰਟਰੀਬਿਊਟਸ ਟੂ ਦਾ GDP। ਐਂਡ ਇਲਾਜ ਕਿਵੇਂ ਕਰਵਾਉਂਦੇ? ਇਨ ਦੀ ਫਾਰਮ ਆਫ ਵੈਕਸੀਨੇਸ਼ਨਸ, ਮੈਡੀਕਲ ਇੰਟਰਵੈਂਸ਼ਨਸ ਐਟ ਦਾ ਟਾਈਮ ਆਫ ਇਲਨੈਸ, ਹੈਲਥ ਲਿਟਰੇਸੀ ਜਿਹੜੇ ਕੈਂਪੇਨਸ ਹੁੰਦੇ ਹੈਗੇ ਉਹ ਸਪਰੈਡ ਕਰਦੇ ਹੈਗੇ, ਹਾਈਜੀਨ ਐਂਡ ਸੈਨੀਟੇਸ਼ਨ। ਦੀਜ਼ ਆਰ ਦਾ ਫਾਰਮ ਆਫ ਐਕਸਪੈਂਡੀਚਰ ਔਨ ਹੈਲਥ ਕਿ ਅਸੀਂ ਕਿਸ ਤਰੀਕੇ ਦੇ ਨਾਲ ਕਰਦੇ। ਐਕਸਪੈਂਡੀਚਰ ਔਨ ਦਾ ਜੋਬ ਟ੍ਰੇਨਿੰਗ। ਔਨ ਦਾ ਜੋਬ ਟ੍ਰੇਨਿੰਗ, ਜਦੋਂ ਅਸੀਂ ਜੋਬ ਕਰ ਰਹੇ ਹੁੰਦੇ ਹਾਂ ਕਿ ਤਾਂ ਉਸ ਟਾਈਮ ਸਾਨੂੰ ਕੁਛ ਸਪੈਸ਼ਲਾਈਜ਼ਡ ਸਕਿੱਲਸ ਪ੍ਰੋਵਾਈਡ ਕੀਤੀਆਂ ਜਾਂਦੀਆਂ। ਸਮ ਟਾਈਮ ਐਟ ਦ ਟਾਈਮ ਆਫ ਐਜੂਕੇਸ਼ਨ ਅਗਰ ਸਾਨੂੰ ਉਹ ਨੌਲੇਜ ਦਿੱਤੀ ਜਾਵੇ ਤਾਂ ਸਮ ਟਾਈਮ ਲੈਕ ਆਫ ਇੰਟਰਸਟ ਦੇ ਕਰਕੇ ਜਾਂ ਫਿਰ ਕਿਸੇ ਹੋਰ ਰੀਜ਼ਨ ਦੇ ਕਰਕੇ ਅਸੀਂ ਉਸ ਚੀਜ਼ ਨੂੰ ਬੈਟਰਲੀ ਐਕਵਾਇਰ ਨਹੀਂ ਕਰ ਪਾਉਂਦੇ। ਬਟ ਵੈਨ ਵੀ ਆਰ ਐਟ ਦ ਜੋਬ, ਸਾਡੇ ਕੋਲ ਹੁੰਦਾ ਤਾਂ ਉਸ ਟਾਈਮ ਔਨ ਦਾ ਜੋਬ ਟ੍ਰੇਨਿੰਗ ਜਿਹੜੀ ਹੁੰਦੀ ਹੈ ਕਿ ਅਸੀਂ ਜੋਬ ਕਰਦੇ ਟਾਈਮ ਸਾਨੂੰ ਜਾਂ ਤਾਂ ਕਿਸੇ ਦੀ ਸੁਪਰਵਿਜ਼ਨ ਦੇ ਵਿੱਚ ਜਾਂ ਆਫ ਕੈਂਪਸ ਸਾਨੂੰ ਟ੍ਰੇਨਿੰਗਸ ਪ੍ਰੋਵਾਈਡ ਕੀਤੀਆਂ ਜਾਂਦੀਆਂ। ਟੀਚਰਸ ਨੂੰ ਵੀ ਹੁੰਦੀਆਂ, ਬੈਂਕਰਸ ਹੋ ਗਏ, ਜਿੰਨੇ ਵੀ ਐਜੂਕੇਸ਼ਨਿਸਟ ਹੋ ਗਏ, ਡਾਕਟਰਸ, ਹਰ ਕੋਈ ਆਪਣੇ ਕੋਲੇ ਔਨ ਦਾ ਜੋਬ ਟ੍ਰੇਨਿੰਗ ਹੁੰਦੀ ਹੈ। ਨੈਕਸਟ, ਸਟੱਡੀ ਪ੍ਰੋਗਰਾਮਸ ਫॉर ਐਡਲਟ। ਸਮ ਟਾਈਮ ਹੁੰਦਾ ਹੈ ਕਿ ਕਿਸੇ ਪਰਸਨ ਦੀ ਐਜੂਕੇਸ਼ਨ ਵਿੱਚ ਰਹਿ ਜਾਂਦੀ ਹੈ ਤਾਂ ਉਹਦੇ ਲਈ ਈਵਨਿੰਗ ਕਲਾਸਿਸ ਸਟਾਰਟ ਕੀਤੀਆਂ ਜਾਂਦੀਆਂ ਜਾਂ ਪ੍ਰਾਈਵੇਟ ਅਸੀਂ ਐਜੂਕੇਸ਼ਨ ਕਹਿ ਦਿੰਦੇ ਹਾਂ। ਦੀਜ਼ ਆਰ ਦਾ ਸਟੱਡੀ ਪ੍ਰੋਗਰਾਮਸ ਫॉर ਐਡਲਟ। ਜਿਵੇਂ ਫਾਰਮਲ ਐਜੂਕੇਸ਼ਨ ਸਾਡੇ ਕੋਲ ਆਉਂਦੀ ਹੈ ਪ੍ਰਾਇਮਰੀ ਲੈਵਲ ਦੇ ਉੱਤੇ, ਸੈਕੰਡਰੀ, ਯੂਨੀਵਰਸਿਟੀ ਲੈਵਲ ਦੇ ਉੱਤੇ, ਅਤੇ ਉਸ ਨੂੰ ਸਪੋਂਸਰ ਕਰਨ ਦੇ ਲਈ ਗਵਰਨਮੈਂਟ ਜਾਂ NGOs ਇਸ ਏਰੀਆ ਦੇ ਉੱਤੇ ਵਰਕ ਕਰਦੇ ਸੋ ਦੈਟ ਕਿ ਉਹਨਾਂ ਨੂੰ ਐਡਲਟ ਐਜੂਕੇਸ਼ਨ ਪ੍ਰੋਵਾਈਡ ਕੀਤੀ ਜਾਵੇ। ਐਡਲਟ ਐਜੂਕੇਸ਼ਨ ਕਿਉਂ ਹੈ? ਬਿਕੋਜ਼ ਜਦੋਂ ਆਪਣੀ ਚਾਈਲਡਹੁੱਡ ਦੇ ਵਿੱਚ ਸੀਗੇ ਉਸ ਟਾਈਮ ਦੇ ਉੱਤੇ ਉਹ ਉਸ ਐਜੂਕੇਸ਼ਨ ਨੂੰ ਅਟੇਨ ਨਹੀਂ ਕਰ ਪਾਏ। ਲੇਟਰ ਔਨ ਉਹਨਾਂ ਨੂੰ ਲੱਗਦਾ ਹੈ ਕਿ ਅਗਰ ਸਾਡੇ ਕੋਲ ਐਜੂਕੇਸ਼ਨ ਹੋਏਗੀ, ਬਿਕੋਜ਼ ਆਲਰੇਡੀ ਵੀ ਹੈਵ ਡਿਸਕਸਡ ਕਿ ਐਜੂਕੇਸ਼ਨ ਦੇ ਉੱਤੇ ਜਿਹੜੀ ਕੋਸਟ ਹੁੰਦੀ ਹੈ ਉਹਦੇ ਜਿਹੜੇ ਬੈਨੀਫਿਟਸ ਹੁੰਦੇ ਦੈਟ ਇਜ਼ ਮਚ ਮੋਰ ਦੈਨ ਦਾ ਕੋਸਟ। ਇਸੇ ਲਈ ਇਹ ਵਾਲੇ ਪ੍ਰੋਗਰਾਮਸ ਸਟਾਰਟ ਕੀਤੇ ਜਾਂਦੇ ਆ। ਨੈਕਸਟ ਇਜ਼ ਦਾ ਮਾਈਗ੍ਰੇਸ਼ਨ। ਮਾਈਗ੍ਰੇਸ਼ਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰਨਾ, ਦੈਟ ਇਜ਼ ਨੋਨ ਐਜ਼ ਅ ਮਾਈਗ੍ਰੇਸ਼ਨ। ਮਾਈਗ੍ਰੇਸ਼ਨ ਦੇ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੀ ਕੋਸਟ ਇਨਵੋਲਵ ਹੁੰਦੀ ਹੈ। ਇੱਕ ਤਾਂ ਟਰਾਂਸਪੋਰਟੇਸ਼ਨ ਕੋਸਟ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣ ਦੀ, ਐਂਡ ਸੈਕਿੰਡ ਕੋਸਟ ਆਫ ਲਿਵਿੰਗ ਇਨ ਦਾ ਡਿਫਰੈਂਟ ਸੋਸ਼ਲ ਇਨਵਾਇਰਮੈਂਟ। ਜਦੋਂ ਅਸੀਂ ਆਪਣਾ ਇਨਵਾਇਰਮੈਂਟ ਛੱਡ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਂਦੇ ਹਾਂ, ਲਾਈਕ ਲੁਧਿਆਣੇ ਜਾਣਾ, ਜੋਬ ਕਰਨੀ ਹੈ, ਜਾਂ ਫਿਰ ਅਸੀਂ ਐਜੂਕੇਸ਼ਨ ਅਟੇਨ ਕਰਨੀ ਹੈ, ਤਾਂ ਸਾਡੇ ਕੋਲ ਟਰਾਂਸਪੋਰਟੇਸ਼ਨ ਕੋਸਟ ਹੋਏਗੀ। ਡਿਫਰੈਂਟ ਇਨਵਾਇਰਮੈਂਟ ਉੱਥੇ ਜ਼ਿਆਦਾ ਮੈਟਰ ਨਹੀਂ ਕਰਦਾ, ਬਟ ਜਦੋਂ ਤੁਸੀਂ ਸਟੇਟ ਟੂ ਸਟੇਟ ਮੂਵ ਕਰਦੇ ਆ ਜਾਂ ਤੁਸੀਂ ਜ਼ਿਆਦਾ ਫਾਰ ਅਵੇ ਜਾਂਦੇ ਆ, ਜ਼ਿਆਦਾ ਦੂਰ ਵਾਲੀ ਡਿਸਟ੍ਰਿਕਟ ਦੇ ਵਿੱਚ ਜਾਂਦੇ ਆ, ਤੁਹਾਡੇ ਉੱਥੇ ਕਲਚਰਲ ਡਿਫਰੈਂਸਿਸ ਆਉਂਦੇ ਆ, ਤਾਂ ਉੱਥੇ ਸੋਸ਼ਲ ਇਨਵਾਇਰਮੈਂਟ ਚੇਂਜ ਹੁੰਦਾ ਹੈ। ਐਂਡ ਇਫ ਯੂ ਆਰ ਮਾਈਗ੍ਰੇਟਿੰਗ ਫਰੋਮ ਵਨ ਕੰਟਰੀ ਟੂ ਅਨਦਰ ਕੰਟਰੀ, ਤਾਂ ਉੱਥੇ ਵੀ ਤੁਹਾਡੇ ਕੋਲ ਮਾਈਗ੍ਰੇਸ਼ਨ ਕੋਸਟ ਹੁੰਦੀ ਹੈ, ਤੁਹਾਡੇ ਕੋਲ ਡਿਫਰੈਂਟ ਇਨਵਾਇਰਮੈਂਟ ਹੁੰਦਾ। ਤਾਂ ਅਸੀਂ ਕਿਉਂ ਜਾਂਦੇ ਹਾਂ? ਬਿਕੋਜ਼ ਸਾਡੇ ਕੋਲ ਮਾਈਗ੍ਰੇਸ਼ਨ ਦੇ ਗੇਨਸ ਹੁੰਦੇ ਇਨ ਟਰਮਸ ਆਫ ਦਾ ਹਾਇਰ ਸੈਲਰੀਜ਼, ਤਾਂ ਉਹ ਕੋਸਟ ਦੇ ਨਾਲੋਂ ਕਿਤੇ ਜ਼ਿਆਦਾ ਹੁੰਦੇ ਆ। ਤੁਸੀਂ ਕੈਨੇਡਾ ਜਾਂਦੇ ਹੋ, 20 ਲੱਖ ਰੁਪਈਆ ਲਗਾ ਕੇ ਜਾ ਰਹੇ ਹੋ, ਠੀਕ ਹੈ, ਉਹ 20 ਲੱਖ ਯੂ ਵਿਲ ਕਵਰ। 20 ਲੱਖ ਦੇ ਵਿੱਚ ਤਾਂ ਖਤਮ ਨਹੀਂ ਹੁੰਦਾ, ਯੂ ਆਰ ਸਪੈਂਡਿੰਗ 40-50 ਲੱਖ। ਬਟ ਤੁਹਾਨੂੰ ਪਤਾ ਹੈ ਕਿ ਜਦੋਂ ਤੁਹਾਡੇ ਕੋਲ ਜੋਬ ਹੋਏਗੀ, ਵੈਨ ਯੂ ਆਰ ਲਿਵਿੰਗ ਦੇ ਹੋ, ਠੀਕ ਹੈ, ਤਾਂ ਤੁਸੀਂ ਉੱਥੇ ਕੁਛ ਨਾ ਕੁਛ ਤਾਂ ਅਰਨ ਕਰ ਹੀ ਰਹੇ ਹੋ। ਐਂਡ ਉਹ ਜਿਹੜਾ ਬੈਨੀਫਿਟ ਹੈ ਥਰੂ ਆਊਟ ਦਾ ਲਾਈਫ ਯੂ ਵਿਲ ਅਟੇਨ ਮੋਰ ਮਨੀ। ਤੁਹਾਡੇ ਕੋਲ ਜ਼ਿਆਦਾ ਤੁਸੀਂ ਉਹ ਇਨ ਕੈਸ਼ ਉਹ ਕਰ ਸਕਦੇ ਆ ਆਪਣੀ ਲਾਈਫ ਨੂੰ। ਤਾਂ ਉੱਥੇ ਮਾਈਗ੍ਰੇਸ਼ਨ ਦੀ ਜਿਹੜੀ ਕੋਸਟ ਹੈ ਤਾਂ ਉਹਦੇ ਨਾਲੋਂ ਉਹਦੇ ਜਿਹੜੇ ਗੇਨਸ ਹੈ ਉਹ ਜ਼ਿਆਦਾ ਹੁੰਦੇ। ਦੈਟਸ ਵਾਈ ਵੀ ਆਰ ਮੂਵਿੰਗ ਫਰੋਮ ਵਨ ਪਲੇਸ ਟੂ ਅਨਦਰ ਪਲੇਸ।
ਐਕਸਪੈਂਡੀਚਰ ਔਨ ਇਨਫੋਰਮੇਸ਼ਨ ਅਗਰ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੋਏਗੀ, ਤੁਸੀਂ ਇੱਥੇ ਬੈਠ ਕੇ ਕਾਲਜ ਸਰਚ ਕਰਦੇ ਹੋ ਕਿ ਕੈਨੇਡਾ ਦੇ ਵਿੱਚ ਕਿਹੜਾ ਕਾਲਜ ਚਾਹੀਦਾ, ਆਸਟ੍ਰੇਲੀਆ ਦੇ ਵਿੱਚ ਕਿਹੜਾ ਕਾਲਜ ਚਾਹੀਦਾ। ਅਗਰ ਸਾਨੂੰ ਕੋਈ ਸਿਟੀ ਮਿਲ ਜਾਂਦੀ ਹੈ ਜਾਂ ਸਾਨੂੰ ਕੋਈ ਉਹ ਮਿਲਦਾ, ਅਸੀਂ ਕਹਿੰਦੇ ਹੈਗੇ ਕਿ ਅਸੀਂ ਉਹਦੇ 'ਚ ਨਹੀਂ ਜਾ ਰਹੇ ਹੈਗੇ, ਤਾਂ ਅਸੀਂ ਇਸ ਜਗ੍ਹਾ 'ਤੇ ਜਾਣਾ, ਉਸ ਜਗ੍ਹਾ 'ਤੇ ਜਾਣਾ, ਜਾਂ ਤੁਸੀਂ ਜੋਬ ਦੇ ਲਈ ਸਰਚ ਕਰਦੇ ਹੋ। ਇਫ ਦੇ ਆਰ ਨਾਟ ਪ੍ਰੋਵਾਈਡਿੰਗ ਐਨੀ ਇਨਫੋਰਮੇਸ਼ਨ ਤਾਂ ਤੁਸੀਂ ਸਰਚ ਨਹੀਂ ਕਰ ਪਾਓਗੇ। ਤਾਂ ਐਕਸਪੈਂਡੀਚਰ ਇਨਫੋਰਮੇਸ਼ਨ ਵੀ ਓਨਾ ਹੀ ਜ਼ਰੂਰੀ ਹੈ ਜਿੰਨੇ ਦੂਸਰੇ ਐਕਸਪੈਂਡੀਚਰਸ ਦੀ ਅਸੀਂ ਗੱਲ ਕਰਦੇ ਹਾਂ। ਐਂਡ ਦੀਜ਼ ਆਰ ਦਾ ਸੋਰਸਿਸ ਕਿ ਕਿਹੜੀ ਜਗ੍ਹਾ ਹੈ 'ਤੇ ਅਸੀਂ ਖਰਚਾ ਕਰਨ ਤੋਂ ਬਾਅਦ, ਸਾਡਾ ਐਕਸਪੈਂਡੀਚਰ ਹੋਣ ਤੋਂ ਬਾਅਦ ਸਾਨੂੰ ਹਿਊਮਨ ਕੈਪੀਟਲ ਫਾਰਮੇਸ਼ਨ ਦੇ ਵਿੱਚ ਐਡ ਔਨ ਹੁੰਦਾ। ਬਿਕੋਜ਼ ਅਗਰ ਸਾਡੇ ਕੋਲ ਐਜੂਕੇਸ਼ਨ ਨਹੀਂ ਹੈ, ਅਗਰ ਅਸੀਂ ਹੈਲਦੀ ਨਹੀਂ ਹੈ, ਸਾਨੂੰ ਜੋਬ ਟ੍ਰੇਨਿੰਗ ਔਨ ਦਾ ਜੋਬ ਟ੍ਰੇਨਿੰਗ ਨਹੀਂ ਪ੍ਰੋਵਾਈਡ ਕੀਤੀ ਜਾਂਦੀ, ਅਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਮੂਵ ਨਹੀਂ ਕਰ ਰਹੇ ਹੈਗੇ, ਦੈਨ ਵੀ ਆਰ ਨਾਟ ਗੇਨਿੰਗ ਐਨੀਥਿੰਗ। ਅਗਰ ਸਾਡਾ ਐਕਸਪੈਂਡੀਚਰ ਇਸ ਚੀਜ਼ ਦੇ ਉੱਤੇ ਹੋਏਗਾ ਤਾਂ ਡੈਫੀਨੇਟਲੀ ਸਾਡੇ ਜਿਹੜੇ ਗੇਨਸ ਹੈ that are more than the cost of the anything whatever we are having expenditure on different things. Next is a human capital formation and economic growth, or we can say the importance of human capital formation. ਕਿਹੜੇ ਏਰੀਆਜ਼ ਆ ਜਿੱਥੇ ਹਿਊਮਨ ਕੈਪੀਟਲ ਫਾਰਮੇਸ਼ਨ ਸਾਡੇ ਕੋਲੇ ਇੰਪੋਰਟੈਂਟ ਆ, ਉਹਦਾ ਸਿਗਨੀਫਿਕੈਂਸ ਕੀ। ਫਸਟ ਇਜ਼ ਚੇਂਜ ਇਨ ਇਮੋਸ਼ਨਲ ਐਂਡ ਮਟੀਰੀਅਲ ਇਨਵਾਇਰਮੈਂਟ ਆਫ ਗਰੋਥ। ਸਾਡਾ ਜਿਹੜਾ ਇਮੋਸ਼ਨਲ ਮੀਨਸ ਜਦੋਂ ਅਸੀਂ ਗਰੋਥ ਕਰਦੇ ਆਂਗੇ ਤਾਂ ਸਾਡਾ ਜਿਹੜਾ ਐਟੀਟਿਊਡ ਹੈ, ਸਾਡੀਆਂ ਐਸਪੀਰੇਸ਼ਨਸ ਹੈ, ਚੇਂਜ ਹੋ ਜਾਂਦੀਆਂ। ਮਟੀਰੀਅਲ ਇਨਵਾਇਰਮੈਂਟ ਦੇ ਵਿੱਚ ਅਸੀਂ ਹਾਇਰ ਸਕਿਲਡ ਪਰਸਨਸ ਆ, ਜਿਹੜੇ ਟ੍ਰੇਨ ਵਰਕਰਸ ਹੈ, ਤਾਂ ਉਹ ਇਕਨੋਮਿਕ ਗਰੋਥ ਦੇ ਵਿੱਚ ਕੰਟਰੀਬਿਊਟ ਕਰਦੇ ਆ। ਲਾਈਕ ਅਗਰ ਮੈਂ ਜੋਬ ਕਰ ਰਹੀ ਹਾਂ ਤਾਂ ਮੈਂ ਆਪਣੀ ਫੈਮਿਲੀ ਨੂੰ ਅਸਿਸਟ ਕਰਾਂਗੀ, ਈਵਨ ਤੋਂ ਮੇਰਾ ਜਿਹੜਾ ਇਮੋਸ਼ਨਲ ਇਨਵਾਇਰਮੈਂਟ ਆ ਜ਼ਿਆਦਾ ਕੰਡਕਟਿਵ ਹੋਏਗਾ। ਤਾਂ ਇਹਦੇ ਨਾਲ ਅਗਰ ਮੇਰੇ ਆਪਣੀ ਫੈਮਿਲੀ ਨੂੰ ਮੈਂ ਚੇਂਜ ਕਰ ਰਹੀ ਹਾਂ ਤਾਂ ਮੇਰੀ ਕੰਟਰੀ ਨੂੰ ਵੀ, ਮੇਰੀ ਇਕੋਨਮੀ ਨੂੰ ਵੀ ਉਹਦਾ ਫਰਕ ਪੈ ਰਿਹਾ ਹੈਗਾ। ਨੈਕਸਟ ਇਜ਼ ਦਾ ਹਾਇਰ ਪ੍ਰੋਡਕਟਿਵਿਟੀ ਆਫ ਫਿਜ਼ੀਕਲ ਕੈਪੀਟਲ। ਫਿਜ਼ੀਕਲ ਕੈਪੀਟਲ ਜਿਵੇਂ ਸਾਡੇ ਕੋਲ ਮਸ਼ੀਨਰੀ ਆ ਜਾਂਦੀ ਹੈ, ਅਗਰ ਅਸੀਂ ਕਿਸੇ ਅਨਸਕਿਲਡ ਪਰਸਨ ਨੂੰ ਉਸ ਜਗ੍ਹਾ ਦੇ ਉੱਤੇ ਬਿਠਾ ਦਿੰਦੇ ਹਾਂ ਕਿ ਤੁਸੀਂ ਇਸ ਮਸ਼ੀਨ ਨੂੰ ਚਲਾਉਣਾ ਹੈ, ਤਾਂ ਉਹ ਪਰਫੈਕਟਲੀ ਕੰਮ ਨਹੀਂ ਕਰੇਗਾ। ਰੈਦਰ ਦੈਨ ਅਗਰ ਅਸੀਂ ਉੱਥੇ ਸਪੈਸ਼ਲਾਈਜ਼ਡ ਇੰਜੀਨੀਅਰਸ ਨੂੰ ਜਾਂ ਸਕਿਲਡ ਵਰਕਰ ਨੂੰ ਉੱਥੇ ਉਹ ਕਰਦੇ ਹੈਗੇ ਤਾਂ ਬੈਟਰ ਉਸ ਤੋਂ ਦੂਸਰੇ ਪਰਸਨ ਤੋਂ ਬੈਟਰਲੀ ਕੰਮ ਕਰੇਗਾ। ਇਟ ਮੀਨਸ ਉਹ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ ਐਂਡ ਦਿਸ ਇਜ਼ ਅ ਹਾਇਰ ਪ੍ਰੋਡਕਟਿਵਿਟੀ ਆਫ ਦਾ ਫਿਜ਼ੀਕਲ ਕੈਪੀਟਲ। ਹਾਇਰ ਰੇਟ ਆਫ ਪਾਰਟੀਸਪੇਸ਼ਨ ਐਂਡ ਇਕੁਐਲਿਟੀ। ਰੇਟ ਆਫ ਪਾਰਟੀਸਪੇਸ਼ਨ, ਅਸੀਂ ਵਰਕਰਸ ਦੀ ਗੱਲ ਕਰ ਰਹੇ ਹਾਂ, ਸਕਿਲਡ ਪਰਸਨਸ ਦੀ ਗੱਲ ਕਰ ਰਹੇ ਹਾਂ। ਇਟ ਮੀਨਸ ਸਾਡੇ ਕੋਲ ਜ਼ਿਆਦਾਤਰ ਲੇਬਰ ਇੰਟੈਂਸਿਵ ਟੈਕਨੀਕਸ ਨੂੰ ਅਸੀਂ ਜ਼ਿਆਦਾ ਯੂਜ਼ ਕਰਾਂਗੇ। ਮਸ਼ੀਨ ਦੇ ਉੱਤੇ ਵੀ ਵਰਕ ਕਰ ਰਿਹਾ ਤਾਂ ਵੀ ਪਰਸਨ ਹੀ ਵਰਕ ਕਰ ਰਿਹਾ ਹੈਗਾ, ਤਾਂ ਉੱਥੇ ਜ਼ਿਆਦਾ ਲੋਕ ਕੰਮ ਕਰਨਗੇ ਤਾਂ ਰੇਟ ਆਫ ਪਾਰਟੀਸਪੇਸ਼ਨ ਜ਼ਿਆਦਾ ਹੋਏਗਾ। ਰੇਟ ਆਫ ਪਾਰਟੀਸਪੇਸ਼ਨ ਸਾਡੇ ਕੋਲ ਕੀ ਹੁੰਦਾ ਕਿ ਐਕਚੁਅਲੀ ਇੰਪਲਾਇਡ ਪਰਸਨਸ ਕਿੰਨੇ ਆ ਇਨ ਟੋਟਲ ਪਾਪੂਲੇਸ਼ਨ। ਅਸੀਂ ਟੋਟਲ ਪਾਪੂਲੇਸ਼ਨ ਦੇ ਨਾਲ ਐਕਚੁਅਲੀ ਜਿੰਨੇ ਵੀ ਇੰਪਲਾਇਡ ਲੋਕ ਹੈਗੇ ਉਹਨਾਂ ਨੂੰ ਡਿਵਾਈਡ ਕਰ ਦਿੰਦੇ ਹਾਂ। ਦੈਟ ਇਜ਼ ਕਾਲਡ ਰੇਟ ਆਫ ਪਾਰਟੀਸਪੇਸ਼ਨ। ਜਦੋਂ ਜ਼ਿਆਦਾ ਲੋਕਾਂ ਕੋਲ ਸਕਿੱਲਸ ਹੋਣਗੀਆਂ, ਜ਼ਿਆਦਾ ਲੋਕਾਂ ਕੋਲ ਆਪਣੇ ਕੰਮ ਕਰਨ ਦੀਆਂ ਐਬਿਲਿਟੀਜ਼ ਵਧੀਆ ਹੋਣਗੀਆਂ ਤਾਂ ਜ਼ਿਆਦਾ ਲੋਕ ਕੰਮ ਕਰਨਗੇ, ਲੋਕ ਜ਼ਿਆਦਾ ਕੰਮ ਕਰਨਗੇ ਤਾਂ ਰੇਟ ਆਫ ਪਾਰਟੀਸਪੇਸ਼ਨ ਇਨਕਰੀਜ਼ ਹੋਏਗਾ। ਇਟ ਲੀਡਸ ਟੂ ਵਰਡ ਦ ਇਕੁਐਲਿਟੀ, ਬਿਕੋਜ਼ ਜਿਹੜੀ ਇਕਨੋਮਿਕ ਪਾਵਰ ਹੈ ਥੋੜ੍ਹੇ ਜਿਹੇ ਲੋਕਾਂ ਦੇ ਕੋਲ ਕੰਸਨਟਰੇਟ ਨਹੀਂ ਹੋਏਗੀ, ਉਹ ਸਪਰੈਡ ਹੋਏਗੀ ਜ਼ਿਆਦਾ ਲੋਕਾਂ ਦੇ ਵਿੱਚ। ਦੀਜ਼ ਆਰ ਦਾ ਸਿਗਨੀਫਿਕੈਂਸ, ਸਾਡੇ ਕੋਲ ਇਹਦਾ ਸਿਗਨੀਫਿਕੈਂਸ ਆਉਂਦਾ ਹੈ। ਨਾਓ ਆਈ ਐਮ ਸ਼ੋਇੰਗ ਯੂ ਦਾ ਚੇਨ ਇਫੈਕਟ ਆਫ ਹਿਊਮਨ ਕੈਪੀਟਲ ਫਾਰਮੇਸ਼ਨ। ਸਾਡੇ ਕੋਲ ਇਹਦਾ ਚੇਨ ਇਫੈਕਟ ਕੀ ਆਉਂਦਾ? ਫਸਟ, ਇਫ ਵੀ ਆਰ ਲੁਕਿੰਗ ਹਿਅਰ ਹਿਊਮਨ ਕੈਪੀਟਲ ਫਾਰਮੇਸ਼ਨ, ਇਹਦੇ ਨਾਲ ਸਾਡੇ ਕੋਲ ਕੀ ਹੁੰਦਾ? ਇਨਕਰੀਜ਼ ਇਨ ਦਾ ਸਟਾਕ ਆਫ ਹਿਊਮਨ ਕੈਪੀਟਲ। ਹਿਊਮਨ ਕੈਪੀਟਲ ਦਾ ਜਿਹੜਾ ਸਟਾਕ ਹੈ ਮੀਨਸ ਨੰਬਰ ਆਫ ਪਰਸਨ ਜਿਹੜੇ ਹੈ ਹਿਊਮਨ ਕੈਪੀਟਲ ਦੇ ਵਿੱਚ ਕਿੰਨੇ ਕੰਟਰੀਬਿਊਟ ਕਰ ਰਹੇ ਆ, ਉਹ ਇਨਕਰੀਜ਼ ਹੋ ਜਾਏਗਾ। ਅਗਰ ਉਹ ਇਨਕਰੀਜ਼ ਹੁੰਦਾ ਤਾਂ ਬੈਟਰ ਐਂਡ ਐਫੀਸ਼ੀਐਂਟ ਯੂਟੀਲਾਈਜੇਸ਼ਨ ਆਫ ਹਿਊਮਨ ਕੈਪੀਟਲ। ਆਲਰੇਡੀ ਅਸੀਂ ਹੁਣੇ ਡਿਸਕਸ ਕਰਕੇ ਹਟੇ ਹਾਂ ਕਿ ਹਿਊਮਨ ਕੈਪੀਟਲ ਨੂੰ ਅਸੀਂ ਜਿਹੜੀ ਸਾਰੀ ਫਿਜ਼ੀਕਲ ਕੈਪੀਟਲ ਹੈ, ਫਿਜ਼ੀਕਲ ਕੈਪੀਟਲ ਨੂੰ ਅਸੀਂ ਬੈਟਰਲੀ ਯੂਜ਼ ਕਰ ਸਕਦੇ ਹਾਂ। ਇਟ ਲੀਡਸ ਟੂ ਇਨਕਰੀਜ਼ ਇਨ ਦਾ ਪ੍ਰੋਡਕਟਿਵਿਟੀ ਵਧੇਗੀ, ਪਰ ਪਰਸਨ ਜਿਹੜੀ ਹੈ, ਪਰ ਯੂਨਿਟ ਜਿਹੜੀ ਆਊਟਪੁੱਟ ਹੈ ਉਹ ਇਨਕਰੀਜ਼ ਹੋ ਜਾਏਗੀ। ਦਿਸ ਲੀਡਸ ਟੂ ਇਨਕਰੀਜ਼ ਇਨ ਦਾ GDP along with the higher rate of participation and employment opportunities ਵੱਧ ਜਾਣਗੀਆਂ, ਜ਼ਿਆਦਾ ਲੋਕ ਕੰਟਰੀਬਿਊਟ ਕਰ ਰਹੇ ਹੈਗੇ ਤਾਂ ਸਾਡੇ ਕੋਲ ਗਰੋਥ ਰੇਟ ਵੀ ਇਨਕਰੀਜ਼ ਕਰੇਗਾ ਐਂਡ ਰੇਟ ਆਫ ਪਾਰਟੀਸਪੇਸ਼ਨ ਵੀ ਇਨਕਰੀਜ਼ ਹੋਏਗਾ, ਵਿਚ ਲੀਡਸ ਟੂ ਹਾਇਰ ਲੈਵਲ ਆਫ ਇਨਕਮ ਆਫ ਦਾ ਇੰਡੀਵਿਜੂਅਲ ਐਂਡ ਹਾਊਸ ਹੋਲਡਸ।
ਹੁਣ ਜ਼ਿਆਦਾ ਲੋਕਾਂ ਕੋਲੇ ਪੈਸਾ ਆ ਰਿਹਾ ਹੈ, ਇੰਡੀਵਿਜੂਅਲਸ ਦੀ ਇਨਕਮ ਵੱਧ ਰਹੀ ਹੈ, ਕਾਰਪੋਰੇਟਸ ਦੀ ਉਹ ਹੋ ਰਹੀ ਤਾਂ ਸਾਡੇ ਕੋਲੇ ਇਕਨੋਮਿਕ ਪਾਵਰ ਹੈ ਜਿਹੜੀ ਜ਼ਿਆਦਾ ਲੋਕਾਂ ਦੇ ਕੋਲੇ ਸਪਰੈਡ ਹੋ ਰਹੀ ਹੈ। ਇਟ ਮੀਨਸ ਉਹ ਆਪਣੇ ਐਜੂਕੇਸ਼ਨ ਦੇ ਉੱਤੇ, ਹੈਲਥ ਦੇ ਉੱਤੇ ਜ਼ਿਆਦਾ ਐਕਸਪੈਂਡੀਚਰ ਕਰ ਸਕਦੇ ਬਿਕੋਜ਼ ਦੇ ਆਰ ਹੈਵਿੰਗ ਇਨਫ ਮਨੀ ਕਿ ਉਹ ਐਕਸਪੈਂਡੀਚਰ ਕਰ ਸਕਣ। ਇਟ ਲੀਡਸ ਟੂ ਇਨਕਰੀਜ਼ ਇਨ ਦਾ ਅਗੇਨ ਸਟਾਪ ਆਫ ਹਿਊਮਨ ਕੈਪੀਟਲ ਫੋਰਮੇਸ਼ਨ। ਤਾਂ ਸਾਡਾ ਜਿਹੜੀ ਚੇਨ ਇਫੈਕਟ ਸਟਾਰਟ ਹੋ ਜਾਏਗਾ, ਪ੍ਰੋਸੈਸ ਕੰਟੀਨਿਊ ਕਰਦੀ ਜਾਏਗੀ। ਨੈਕਸਟ ਵੀ ਆਰ ਫੇਸਿੰਗ ਸਮ ਪ੍ਰੋਬਲਮਸ ਜਦੋਂ ਅਸੀਂ ਹਿਊਮਨ ਕੈਪੀਟਲ ਫੋਰਮੇਸ਼ਨ ਕਰ ਰਹੇ ਹਾਂ। ਕਿ ਫਸਟ ਇਜ਼ ਅ ਰਾਈਜ਼ਿੰਗ ਪੋਪੂਲੇਸ਼ਨ ਬਿਕੋਜ਼ ਦੀਜ਼ ਆਰ ਦ ਸੋਸ਼ਲ ਪ੍ਰੋਬਲਮਸ। ਜਦੋਂ ਸੋਸ਼ਲ ਪ੍ਰੋਬਲਮਸ ਆਉਂਦੀਆਂ ਤਾਂ ਪੋਪੂਲੇਸ਼ਨ, ਮੈਂ ਆਲਵੇਜ਼ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਸਾਡਾ ਸਭ ਤੋਂ ਜ਼ਿਆਦਾ ਇਫੈਕਟ ਆ ਜਿਹੜਾ ਸਾਡੀ ਕੰਟਰੀ ਦੇ ਉੱਤੇ ਪੋਪੂਲੇਸ਼ਨ ਦਾ ਪੈਂਦਾ ਹੈ। ਅਸੀਂ ਸਕੂਲਸ ਉਹ ਕਰ ਦਿੱਤੇ, ਐਜੂਕੇਸ਼ਨ ਇੰਸਟੀਟਿਊਸ਼ਨ ਵਧਾ ਦਿੱਤੇ ਹੈਗੇ, ਹਾਈਜੀਨ ਪਾਵਰ ਹੈ ਜਿਹੜੀ ਉਹਨੂੰ ਇਨਕਰੀਜ਼ ਕਰ ਦਿੱਤਾ, ਸੈਨੀਟੇਸ਼ਨ ਨੂੰ ਅਸੀਂ ਉਹ ਕਰ ਦਿੱਤਾ। ਈਵਨ ਦੋ ਬਿਕੋਜ਼ ਸਾਡੇ ਕੋਲ ਜਿਹੜਾ ਪੋਪੂਲੇਸ਼ਨ ਪ੍ਰੈਸ਼ਰ ਹੈ ਦੈਟ ਇਜ਼ ਮਚ ਮੋਰ ਦੈਨ ਦ ਅਦਰ ਕੰਟਰੀਜ਼। ਤਾਂ ਸਾਡੇ ਕੋਲ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ, ਰਾਈਜ਼ਿੰਗ ਪੋਪੂਲੇਸ਼ਨ ਬਿਕੋਜ਼ ਪਰ ਹੈਡ ਅਵੇਲੇਬਿਲਿਟੀ ਹੈ ਜਿਹੜੀ ਉਹ ਫਾਲ ਕਰ ਜਾਂਦੀ ਹੈਗੀ ਜਦੋਂ ਅਸੀਂ ਜ਼ਿਆਦਾ ਪੋਪੂਲੇਸ਼ਨ ਵਾਲੀ ਕੰਟਰੀ ਦੀ ਗੱਲ ਕਰਦੇ ਹਾਂ। ਕਿੱਥੇ ਅਸੀਂ ਆਪਣੀ ਸਪੋਜ਼ ਮੇਰੀ ਫੈਮਿਲੀ ਹੈ, ਮੈਂ 20,000 ਪਰ ਮੰਥ ਐਕਸਪੈਂਡੀਚਰ ਕਰ ਰਹੀ ਹਾਂ ਐਂਡ ਉਸ 20,000 ਦੇ ਵਿੱਚ ਵੀ ਆਰ 4 ਮੈਂਬਰਸ। ਸਾਡੇ ਕੋਲੇ ਪਰ ਪਰਸਨ ਜਿਹੜੀ ਅਵੇਲੇਬਿਲਿਟੀ ਆ ਉਹ 5,000 ਦੀ ਆਉਂਦੀ ਹੈ। ਇਨ ਪਲੇਸ ਆਫ ਦ 4 ਮੈਂਬਰਸ ਇਫ ਵੀ ਆਰ ਹੈਵਿੰਗ 10 ਮੈਂਬਰਸ ਤਾਂ ਸਾਡੇ ਕੋਲ ਪਰ ਹੈਡ ਅਵੇਲੇਬਿਲਿਟੀ ਘੱਟ ਜਾਏਗੀ ਬਿਕੋਜ਼ ਪੋਪੂਲੇਸ਼ਨ ਵੱਧ ਗਈ। ਮੇਰੇ ਕੋਲ ਸੋਰਸਿਸ ਤਾਂ ਉਹੀ ਹੈ 20,000 ਹੀ ਹੈ, ਬਟ ਹੁਣ ਉਹ 4 ਜਣੇ ਦੇ ਵਿੱਚ ਨਾ ਵੰਡ ਕੇ ਅਸੀਂ 10 ਜਣੇ ਦੇ ਵਿੱਚ ਵੰਡ ਰਹੇ ਹਾਂ। ਤਾਂ ਜਦੋਂ ਪੋਪੂਲੇਸ਼ਨ ਵੱਧਦੀ ਹੈ ਤਾਂ ਪਰ ਹੈਡ ਅਵੇਲੇਬਿਲਿਟੀ ਉਹ ਘੱਟ ਜਾਂਦੀ ਹੈ। ਨੈਕਸਟ ਇਜ਼ ਅ ਬ੍ਰੇਨ ਡਰੇਨ। ਬ੍ਰੇਨ ਡਰੇਨ ਸਭ ਤੋਂ ਜਿਹੜੀ ਅਸੀਂ ਸੀਰੀਅਸ ਪ੍ਰੋਬਲਮ ਕਹਿ ਸਕਦੇ ਹਾਂ ਸਾਡੇ ਕੋਲੇ। ਦਿਸ ਇਜ਼ ਅ ਲਾਸ ਆਫ ਹਿਊਮਨ ਕੈਪੀਟਲ ਫॉर ਆਰ ਕੰਟਰੀ। ਸਾਡੀ ਕੰਟਰੀ ਦੇ ਲਈ ਇਹ ਸਭ ਤੋਂ ਜ਼ਿਆਦਾ ਥ੍ਰੈਟ ਜਿਹਨੂੰ ਅਸੀਂ ਕਹਿ ਸਕਦੇ ਹਾਂ ਬਿਕੋਜ਼ ਸਾਡੇ ਵਰਗੀ ਕੰਟਰੀਜ਼ ਦੇ ਲਈ ਬ੍ਰੇਨ ਡਰੇਨ ਸੀਰੀਅਸ ਥ੍ਰੈਟ ਆਉਂਦਾ। ਹੁਣ ਬ੍ਰੇਨ ਡਰੇਨ ਹੈ ਕੀ ਹੈ, ਉਹ ਵਾਲੇ ਪਰਸਨਸ ਜਿਹੜੇ ਹਾਈ ਕੈਲੀਬਰ ਦੇ, ਜਿਵੇਂ ਸਾਇੰਟਿਸਟ ਹੋ ਗਏ, ਐਡਮਿਨਿਸਟ੍ਰੇਟਰਸ ਹੋ ਗਏ, ਐਜੂਕੇਸ਼ਨਿਸਟ ਹੋ ਗਏ, ਇੰਜੀਨੀਅਰਸ, ਡਾਕਟਰਸ, ਐਜੂਕੇਸ਼ਨ ਇੱਥੇ ਐਕਵਾਇਰ ਕਰਦੇ ਆ, ਬ੍ਰੇਨ ਉਹਨਾਂ ਨੇ ਇੱਥੋਂ ਦਾ ਬ੍ਰੇਨ ਹੈ। ਬਟ ਜਦੋਂ ਅਬਿਲਿਟੀ ਦੀ ਗੱਲ ਆਉਂਦੀ ਆ, ਆਪਣਾ ਟੈਲੈਂਟ ਸ਼ੋਅ ਕਰਨ ਦੀ ਗੱਲ ਆਉਂਦੀ ਹੈ ਜਾਂ ਆਊਟਪੁੱਟ ਦੀ ਗੱਲ ਆਉਂਦੀ ਹੈ, ਬਿਕੋਜ਼ ਐਕਸਪੈਂਡੀਚਰ ਤਾਂ ਇੱਥੇ ਕੀਤਾ ਸੀ, ਜੰਮੇ ਇੱਥੇ ਸੀ, ਪਲੇ ਇੱਥੇ ਆ, ਐਕਸਪੈਂਡੀਚਰ ਇੱਥੇ ਕੀਤਾ, ਬਟ ਉਹਨਾਂ ਦੀ ਜਿਹੜੀ ਆਊਟਪੁੱਟ ਹੈ ਉਸ ਟਾਈਮ ਦੇ ਉੱਤੇ ਮਾਈਗ੍ਰੇਟ ਹੋ ਗਈ। ਲਾਈਕ ਯੂਥ ਹੈ ਸਾਡਾ ਪੂਰਾ ਦਾ ਪੂਰਾ, ਅਗਰ ਯੂਥ ਮਾਈਗ੍ਰੇਟ ਹੋ ਜਾਏਗਾ ਟੂਵਰਡ ਦ ਅਦਰ ਨੇਸ਼ਨਸ, ਠੀਕ ਹੈ, ਅਦਰ ਨੇਸ਼ਨਸ ਦੇ ਵਿੱਚ ਚਲਿਆ ਜਾਂਦਾ ਹੈ ਤਾਂ ਇੰਡੀਆ ਦੇ ਵਿੱਚ ਕੰਮ ਕੌਣ ਕਰੇਗਾ? ਤਾਂ ਇੰਡੀਆ ਦੀ ਜਿਹੜੀ ਪ੍ਰੋਡਕਟੀਵਿਟੀ ਹੈ ਉਹ ਡਾਊਨ ਜਾਏਗੀ। ਦੈਟਸ ਵਾਈ ਬ੍ਰੇਨ ਡਰੇਨ ਇਜ਼ ਅ ਸੀਰੀਅਸ ਥ੍ਰੈਟ ਫॉर द ਕੰਟਰੀ। ਨੈਕਸਟ ਇਜ਼ ਅ ਡੈਫੀਸ਼ੀਐਂਟ ਮੈਨ ਪਾਵਰ ਪਲੈਨਿੰਗ। ਸਾਡੇ ਕੋਲ ਅਸੀਂ ਕਹਿੰਦੇ ਪੋਪੂਲੇਸ਼ਨ ਬਹੁਤ ਜ਼ਿਆਦਾ, ਪੋਪੂਲੇਸ਼ਨ ਜ਼ਿਆਦਾ ਤਾਂ ਮੈਨ ਪਾਵਰ ਵੀ ਜ਼ਿਆਦਾ ਹੈ, ਬਟ ਜਿਹੜੇ ਪਰਸਨਸ ਨੇ ਉਹਨਾਂ ਤੋਂ ਕੰਮ ਕਰਵਾਉਣਾ ਹੈ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਕਿ ਕਿਹੜੇ ਪਰਸਨ ਤੋਂ ਅਸੀਂ ਕਿਸ ਤਰੀਕੇ ਦੇ ਨਾਲ ਕਿੱਥੇ ਕੰਮ ਕਰਵਾਇਆ ਜਾ ਸਕਦਾ ਹੈ, ਉਹਨਾਂ ਦਾ ਕੈਲੀਬਰ ਕਿੱਥੇ ਹੈ, ਕਿਸ ਜਗ੍ਹਾ ਦੇ ਉੱਤੇ ਉਹ ਕੰਮ ਕਰਨਗੇ। ਤਾਂ ਉੱਥੇ ਸਾਡੇ ਕੋਲ ਮੈਨ ਪਾਵਰ ਜਿਹੜੀ ਹੈ ਉਹਨੂੰ ਪ੍ਰੋਪਰਲੀ ਪਲਾਨ ਕਰਕੇ ਨਹੀਂ ਕੰਮ ਕਰਵਾਇਆ ਜਾਂਦਾ। ਇਨਸਫੀਸ਼ੀਐਂਟ ਔਨ ਦਾ ਜੋਬ ਟ੍ਰੇਨਿੰਗ। ਉੱਪਰਲੇ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜ਼ਿਆਦਾਤਰ ਸਾਡੇ ਕੋਲ ਬਹੁਤ ਸਾਰੇ ਲੋਕ ਇੱਦਾਂ ਦੇ ਹੁੰਦੇ ਹੈਗੇ ਜਿਹੜੇ ਸੁਸਾਇਟੀ ਦੇ ਵਿੱਚ ਹਾਰਡ ਵਰਕਰਸ ਨਹੀਂ ਹੁੰਦੇ ਬਟ ਸਮਾਰਟ ਵਰਕਰਸ ਹੁੰਦੇ ਆ। ਆਪਣੀ ਸਮਾਰਟਨੈਸ ਦੇ ਨਾਲ, ਸਮਾਰਟਨੈਸ ਠੀਕ ਹੈ, ਬਹੁਤ ਜ਼ਰੂਰੀ ਹੈ, ਬਟ ਕਿਸੇ ਇਕੋਨਮੀ ਨੂੰ ਗਰੋ ਕਰਨ ਦੇ ਲਈ ਅਗਰ ਉਹ ਪਰਸਨ ਵਰਕ ਨਹੀਂ ਕਰ ਰਿਹਾ ਹੈਗਾ ਬਟ ਸਿਰਫ ਆਪਣੀ ਸਮਾਰਟਨੈਸ ਦੇ ਕਰਕੇ ਉਹ ਜੋਬ ਲੈ ਰਿਹਾ ਹੈ ਜਾਂ ਅੱਗੇ ਵਧ ਰਿਹਾ ਹੈ ਤਾਂ ਉਹਦੇ ਨਾਲ ਇਕੋਨਮੀ ਗਰੋ ਨਹੀਂ ਕਰੇਗੀ ਬਿਕੋਜ਼ ਉਸ ਪਰਸਨ ਦੇ ਕੋਲ ਨਾ ਤਾਂ ਕੋਈ ਸਪੈਸੀਫਿਕ ਨੌਲੇਜ ਹੈ, ਨਾ ਸਪੈਸੀਫਿਕ ਟੈਲੈਂਟ ਹੈ ਕਿ ਦੂਸਰਿਆਂ ਨੂੰ ਕੰਟਰੋਲ ਕਰ ਸਕੇ। ਤਾਂ ਇੱਥੇ ਸਭ ਤੋਂ ਵੱਡੀ ਸਾਡੇ ਕੋਲ ਪ੍ਰੋਬਲਮ ਆਉਂਦੀ ਹੈ ਕਿ ਇੱਥੇ ਜਿਹੜੀ ਸਕਿੱਲਫੁਲ ਸੋਰਸਫੁਲ ਪਰਸਨਸ ਹੈ ਜਿਹੜੇ ਉਹਨਾਂ ਨੂੰ ਪ੍ਰੋਪਰਲੀ ਉਹ ਨਹੀਂ ਕੀਤਾ ਜਾਂਦਾ, ਧਿਆਨ ਨਹੀਂ ਦਿੱਤਾ ਜਾਂਦਾ। ਨੈਕਸਟ ਇਜ਼ ਇਨਸਫੀਸ਼ੀਐਂਟ ਔਨ ਦਾ ਜੋਬ ਟ੍ਰੇਨਿੰਗ ਇਨ ਦਾ ਪ੍ਰਾਇਮਰੀ ਸੈਕਟਰ। ਅਸੀਂ ਪੂਰਾ ਚੈਪਟਰ ਕਰ ਲਿਆ, ਇੱਕ ਵੀ ਜਗ੍ਹਾ ਦੇ ਉੱਤੇ ਅਸੀਂ ਪ੍ਰਾਇਮਰੀ ਸੈਕਟਰ ਮੀਨਸ ਐਗਰੀਕਲਚਰ ਸੈਕਟਰ ਜਾਂ ਰਿਲੇਟਡ ਏਰੀਆਜ਼ ਦੀ ਕਦੇ ਕਿਤੇ ਗੱਲ ਨਹੀਂ ਕੀਤੀ। ਅਸੀਂ ਕਹਿੰਦੇ ਹਾਂ ਕਿ ਐਜੂਕੇਸ਼ਨਿਸਟ ਹੋ ਗਏ, ਡਾਕਟਰਸ ਹੋ ਗਏ, ਇੰਜੀਨੀਅਰ, ਸਰਵਿਸ ਸੈਕਟਰ ਤਾਂ ਅਸੀਂ ਲੈ ਲਿਆ
ਔਨ ਦਾ ਜੋਬ ਟ੍ਰੇਨਿੰਗ ਠੀਕ ਹੈ ਕਿ ਅਸੀਂ ਉੱਥੇ ਕਰ ਰਹੇ ਹਾਂ, ਜਾਂ ਸਾਡੇ ਕੋਲ ਇੰਡਸਟਰੀਅਲ ਸੈਕਟਰ ਹੋ ਗਿਆ, ਸੈਕੰਡਰੀ ਸੈਕਟਰ ਹੋ ਗਿਆ, ਅਸੀਂ ਸੈਕੰਡਰੀ ਸੈਕਟਰ ਨੂੰ ਇਨਵੋਲਵ ਕਰ ਲਿਆ, ਟਰਸ਼ਰੀ ਨੂੰ ਇਨਵੋਲਵ ਕਰ ਲਿਆ। ਬਟ ਇੱਥੇ ਤੁਸੀਂ ਫਾਰਮਰਸ ਦੀ ਫੈਮਲੀਜ਼ ਦੇ ਵਿੱਚੋਂ ਹੈ, ਐਗਰੀਕਲਚਰਿਸਟ ਹੈ ਤੁਹਾਡੇ ਪੇਰੈਂਟਸ, ਕਦੇ ਤੁਸੀਂ ਦੇਖਿਆ ਕਿ ਮੇਰੇ ਫਾਦਰਸ ਟ੍ਰੇਨਿੰਗ ਦੇ ਲਈ ਗਏ ਆ? ਉਹਨਾਂ ਨੇ ਕੰਮ ਕਿੱਥੋਂ ਸਿੱਖਿਆ? ਆਪਣੇ ਫਾਦਰ ਤੋਂ। ਤੁਸੀਂ ਉਹਨਾਂ ਤੋਂ ਸਿੱਖ ਰਹੇ ਹੋ। ਇੱਥੇ ਕੋਈ ਸਪੈਸ਼ਲਿਸਟ ਪਰਸਨ ਆ ਕੇ ਤੁਹਾਨੂੰ ਐਜੂਕੇਸ਼ਨ ਦੇ ਰਿਹਾ, ਤੁਹਾਨੂੰ ਕੋਈ ਨੌਲੇਜ ਦੇ ਰਿਹਾ ਕਿ ਅਗਰ ਤੁਸੀਂ ਇਸ ਤਰੀਕੇ ਦੇ ਨਾਲ ਕੰਮ ਕਰੋਗੇ ਦੈਨ ਯੂ ਕੈਨ ਅਰਨ ਬੈਟਰ, ਤੁਹਾਡੀ ਪ੍ਰੋਡਕਟਿਵਿਟੀ ਇਨਕਰੀਜ਼ ਹੋਏਗੀ। ਐਜੂਕੇਸ਼ਨ ਪ੍ਰੋਵਾਈਡ ਕਰਨੀ ਇਨ ਦਾ ਪ੍ਰਾਇਮਰੀ ਸੈਕਟਰ ਸਭ ਤੋਂ ਜ਼ਿਆਦਾ ਮੈਂਡੇਟਰੀ ਹੈ, ਬਿਕੋਜ਼ ਸਾਡੀ 50% ਜਿਹੜੀ ਪਾਪੂਲੇਸ਼ਨ ਹੈ ਇਟ ਡਿਪੈਂਡਸ ਅਪੋਨ ਦਾ ਐਗਰੀਕਲਚਰ। ਲਾਸਟ ਬਟ ਨਾਟ ਦਾ ਲੀਸਟ, ਲੋ ਐਕਡੈਮਿਕ ਸਟੈਂਡਰਡਸ। ਸਾਡੀ ਜਿਹੜੀ ਐਜੂਕੇਸ਼ਨ ਸਟੈਂਡਰਡਸ ਹੈ ਉਹ ਲੋਕ ਆ ਜਿਹੜੇ ਇੰਨੇ ਕੁ ਅਨਮਾਈਂਡਫੁਲ ਹੈਗੇ ਕਿ ਉਹ ਐਜੂਕੇਸ਼ਨ ਡਿਗਰੀ ਓਰੀਐਂਟਡ, ਸਾਡੇ ਕੋਲ ਜਿਹੜੀ ਅਸੀਂ ਕਹਿ ਸਕਦੇ ਹੈਗੇ ਕਿ ਸਾਡੇ ਕੋਲ ਜੋ ਐਜੂਕੇਸ਼ਨ ਹੈ ਦੈਟ ਇਜ਼ ਅ ਡਿਗਰੀ ਓਰੀਐਂਟਡ, ਨੰਬਰ ਆਫ ਡਿਗਰੀਜ਼ ਦੇ ਆਰ ਹੈਵਿੰਗ ਇਨ ਦੇਅਰ ਹੈਂਡ, ਬਟ ਸਪੈਸੀਫਿਕ ਨੌਲੇਜ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਕੋਲ ਉਹ ਨੌਲੇਜ ਨਹੀਂ ਹੁੰਦੀ। ਤਾਂ ਸਾਡੇ ਕੋਲ ਇੱਥੇ ਜਿਹੜੀ ਸਕਿੱਲ ਬੇਸਡ ਐਜੂਕੇਸ਼ਨ ਹੋਣੀ ਚਾਹੀਦੀ ਹੈ ਇੰਸਟੈਡ ਆਫ ਡਿਗਰੀ ਬੇਸਡ ਐਜੂਕੇਸ਼ਨ। ਡਿਗਰੀਜ਼ ਹੋਣਗੀਆਂ ਬਟ ਉਹਨਾਂ ਕੋਲ ਸਕਿੱਲਸ ਨਹੀਂ ਹੋਣਗੀਆਂ। ਦੀਜ਼ ਆਰ ਦਾ ਪ੍ਰੋਬਲਮਸ ਜਿਨ੍ਹਾਂ ਨੂੰ ਅਸੀਂ ਥ੍ਰੈਟਸ ਕਹਿ ਸਕਦੇ ਹਾਂ, ਜਾਂ ਦੀਜ਼ ਆਰ ਦਾ ਚੈਲੰਜਸ ਜੋ ਸਾਡੀ ਇਕੋਨਮੀ ਫੇਸ ਕਰ ਰਹੀ ਹੈ ਇਨ ਹਿਊਮਨ ਰਿਸੋਰਸ ਡਿਵੈਲਪਮੈਂਟ। ਥੈਂਕ ਯੂ।